ਕਹਿਣ ਨੂੰ ਤਾਂ ਦੇਸ਼ ਆਜ਼ਾਦ ਹੋ ਗਿਆ, ਪਾਕਿਸਤਾਨ ਬਣ ਗਿਆ, ਭਾਰਤ ਬਣ ਗਿਆ, ਪਰ ਨਾਲ ਦੀ ਨਾਲ ਪੰਜਾਬ ਵੀ ਵੰਡਿਆ ਗਿਆ। ਇੱਥੋਂ ਤੱਕ 75 ਸਾਲਾਂ ਦਾ ਪੰਜਾਬ ਦਾ ਸੰਬੰਧ ਆ, ਉਹ 75 ਸਾਲਾਂ ਸਾਡਾ ਪੰਜਾਬ ਦੂਜੀ ਵਾਰੀ ਫੇਰ ਵੰਡਿਆ ਗਿਆ 1966 'ਚ। ਪ੍ਰਾਈਮ ਨਿਸ਼ਾਨਾ ਸੀ ਸਾਡਾ ਜਿਹੜਾ 1849 'ਚ ਸਾਡੇ ਕੋਲੋਂ ਲਾਸਟ ਰਾਜ ਗਿਆ, ਉਹਦੇ ਬਾਰੇ ਕਦੀ ਇਹਨਾਂ ਨੇ ਆਪਣੀ ਸੋਚ ਨੂੰ ਕੇਂਦਰਿਤ ਨਹੀਂ ਕੀਤਾ। ਜਿਹੜੀ ਕਿ ਕੈਪੀਟਲ ਚੰਡੀਗੜ੍ਹ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਣਾਈ ਸੀ ਕਿ ਇਹ ਤੁਹਾਡਾ ਦੂਜਾ ਲਾਹੌਰ ਆ, ਉਹ ਬਣ ਤਾਂ ਗਿਆ ਪਰ ਲਾਹੌਰ ਸਾਨੂੰ ਕਦੀ ਮਿਲਿਆ ਨਹੀਂ। ਪੰਜਾਬ ਇੱਕ ਖੁਸ਼ਹਾਲ ਸੂਬੇ ਤੋਂ ਪਹਿਲੇ ਨੰਬਰ ਤੋਂ ਅੱਜ ਇਹ 18 ਨੰਬਰ 'ਤੇ ਚੱਲ। ਇਹਦੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਕਹਿ ਰਿਹਾ ਕਿ ਤੁਸੀਂ ਬੈਂਕਰਪਟ ਹੋ ਜਾਣਾ ਜੇ ਤੁਸੀਂ ਫ੍ਰੀ ਬੀ ਕਲਚਰਸ ਆਪਣਾ ਬੰਦ ਨਹੀਂ ਕੀਤਾ। ਸਾਡਾ ਸਾਰੀ ਮਿੱਟੀ ਜਿਹੜੀ ਹੈਗੀ ਜ਼ਹਿਰੀ ਹੋ ਗਈ ਆ, ਸਾਡਾ ਪਾਣੀ ਜ਼ਹਿਰੀ ਹੋ ਗਿਆ। ਇਹ ਸੈਂਟਰ ਲੈਵਲ ਤੇ ਮਸਲੇ ਟੇਕਅਪ ਹੋਏ ਕਿ ਨਹੀਂ ਹੋਏ? ਜੇ ਹੋਏ ਨੇ ਤਾਂ ਸਾਨੂੰ ਵਾਰ-ਵਾਰ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਨਜ਼ਰਅੰਦਾਜ਼ ਕਿਉਂ ਕੀਤਾ? ਲੀਡਰਸ਼ਿਪ ਦੀ ਜਿਹੜੀ ਕਮਜ਼ੋਰੀ ਆ ਗਈ ਨਾ ਪੰਜਾਬ 'ਚ, ਇਹਨਾਂ ਨੇ ਲੀਡਰਸ਼ਿਪ ਗਰਾਊਂਡ ਤੋਂ ਡਿਵੈਲਪ ਹੀ ਨਹੀਂ ਹੋਣ ਦਿੱਤੀ। ਇੱਥੇ ਪਰਿਵਾਰ ਓਰੀਐਂਟਡ ਸਿਆਸਤ ਚੱਲੀ ਆ, ਚਾਹੇ ਉਹ ਗਾਂਧੀ ਪਰਿਵਾਰ ਦਾ ਸੀ, ਚਾਹੇ ਬਾਦਲ ਪਰਿਵਾਰ ਦਾ ਸੀ, ਚਾਹੇ ਬਰਨਾਲਾ ਪਰਿਵਾਰ ਦਾ ਸੀ, ਜਾਂ ਇੱਥੇ ਸੰਤਾਂ ਦੀ ਸਿਆਸਤ ਚੱਲੀ ਆ। ਮੈਂ ਪੜ੍ਹ ਰਿਹਾ ਸੀ ਕਿ ਨਰਿੰਦਰ ਮੋਦੀ ਦੇ ਜਿਹੜੇ ਪਿਛਲੇ 8 ਸਾਲ ਆ 22 ਕਰੋੜ ਬੱਚਿਆਂ ਨੇ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਓਵਰ ਦੀ ਸਿਟੀਜ਼, ਅਤੇ ਜੋਬ ਕਿੰਨਿਆਂ ਨੂੰ ਮਿਲੀ? ਸਿਰਫ 7 ਲੱਖ। ਸਾਡੇ ਕੋਲ ਪੂਰੀ ਆਜ਼ਾਦੀ ਨਹੀਂ ਕਿ ਅਸੀਂ ਕਿਹੜੇ ਜੱਜ ਕਿੰਨੇ ਲਾਉਣੇ ਕਿੱਥੇ ਨੇ। ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਆ ਜਿਹਨੂੰ ਇੱਕ ਮਿਰਗ ਦਿਸ਼ਨਾ ਕਰਕੇ ਲੋਕਾਂ ਨੇ ਚੁਣ ਲਿਆ। ਪਰ ਹੁਣ ਜਦੋਂ ਨੇੜੇ ਜਾ ਕੇ ਉਹਨਾਂ ਨੇ ਦੇਖਿਆ ਵੀ ਅਸੀਂ ਆਮ ਆਦਮੀ ਦੀ ਸਰਕਾਰ ਚੁਣੀ ਆ ਕਿ ਦਿੱਲੀ ਦਰਬਾਰ ਚੁਣ ਲਿਆ, ਹੁਣ ਲੋਕੀ ਹੋਰ ਭੰਬਲ ਗੁੱਸੇ 'ਚ ਪੈ ਗਏ। ਆਈ ਡੋਂਟ ਥਿੰਕ ਕਿ ਉਹਨਾਂ ਨੂੰ ਪੰਜਾਬ ਦੀ ਮਿੱਟੀ ਦਾ ਪਤਾ। ਪੰਜਾਬ ਦੀ ਮਿੱਟੀ ਦਫ਼ਤਰਾਂ 'ਚ ਨਹੀਂ ਪਤਾ ਲੱਗਣੀ, ਪੰਜਾਬ ਦੀ ਮਿੱਟੀ ਨੂੰ ਪਹਿਲੇ ਜੜੋ। ਦਿੱਲੀ ਦੀ ਐਕਸਾਈਜ਼ ਪਾਲਿਸੀ ਫੇਲ ਆ। ਦਿੱਲੀ ਦਾ ਬਜਟ ਜਿਹੜਾ ਹੈਗਾ ਡੈਫਿਸਿਟ 'ਚ ਜਾਂਦਾ। ਦੱਸਣ ਕਿ ਜਦੋਂ ਦੇ 2014 ਦੇ ਆਏ ਆ, ਕੀ ਦਿੱਲੀ ਦਾ ਬਜਟ ਵਧਿਆ ਕਿ ਉਹਦੇ 'ਤੇ ਕਰਜ਼ਾ ਵਧਿਆ? ਸਿਮਰਜੀਤ ਸਿੰਘ ਮਾਨ ਦੀ ਪੋਲਿਟਿਕਸ ਨੂੰ ਕਿਵੇਂ ਦੇਖਦਾ ਹੈ? ਸਿਮਰਨਜੀਤ ਸਿੰਘ ਮਾਨ ਦੀ ਨਾ ਬੜੀ ਫੇਲਡ ਪਾਲਿਸੀਜ਼। ਜੇ ਇਕੱਲੇ ਵੈਪਨਸ ਹੁੰਦੇ ਨਾ ਇੰਪੋਰਟੈਂਟ, ਅੱਜ ਜਿਹੜਾ ਹੈਗਾ ਰਸ਼ੀਆ ਨੇ ਕਾਦਾ ਯੂਕਰੇਨ 'ਤੇ ਕਬਜ਼ਾ ਕਰ ਲੈਣਾ ਸੀ ਅਤੇ ਹਿਟਲਰ ਹੋਣਾ ਨੇ ਕਦੀ ਦੁਨੀਆ ਤੋਂ ਹਾਰਨਾ ਨਹੀਂ ਸੀ। ਜਿੰਨੇ ਇਹਨਾਂ ਦੇ ਪਬਲਿਕ ਓਰੇਸ਼ਨਸ ਹੋਰ ਹੁੰਦੀਆਂ ਨੇ, ਪਰ ਜਦੋਂ ਐਕਚੁਅਲੀ ਜਿੱਥੇ ਜਾ ਕੇ ਪੇਸ਼ ਕਰਨੀਆਂ ਸੀ ਉਹ ਇਹ ਕਰ ਨਹੀਂ ਸਕੇ। ਇਹਨਾਂ ਦੇ ਕਹੇ ਨਾਲ ਭਗਤ ਸਿੰਘ ਦੀ ਮਹਾਨਤਾ ਘਟ ਨਹੀਂ ਜਾਣੀ। ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਚਰਚਾ ਕਰਾਂਗੇ ਕਿ ਦੇਸ਼ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਮਨਾਉਣ ਵਾਸਤੇ ਤਿਆਰ ਬੈਠਾ ਹੈਗਾ। ਉਸ ਵਰ੍ਹੇਗੰਢ ਦੇ ਨਾਲ ਅਸੀਂ ਜਿਹੜੇ ਜ਼ਖਮ ਅੱਲੇ ਨੇ ਉਸ 'ਤੇ ਵੀ ਚਰਚਾ ਕਰਾਂਗੇ ਕਿ ਕਿਵੇਂ ਜਦੋਂ ਦੇਸ਼ ਆਜ਼ਾਦ ਹੋਇਆ, ਕਹਿਣ ਨੂੰ ਤਾਂ ਦੇਸ਼ ਆਜ਼ਾਦ ਹੋ ਗਿਆ, ਪਾਕਿਸਤਾਨ ਬਣ ਗਿਆ, ਭਾਰਤ ਬਣ ਗਿਆ, ਪਰ ਨਾਲ ਦੀ ਨਾਲ ਪੰਜਾਬ ਵੀ ਵੰਡਿਆ ਗਿਆ। 75 ਸਾਲਾਂ ਦੇ ਵਿੱਚ ਦੇਸ਼ ਕਿੱਥੇ ਖੜਾ, ਪੰਜਾਬ ਕਿੱਥੇ ਖੜਾ, ਸਿੱਖ ਕੌਮ ਕਿੱਥੇ ਖੜੀ ਆ, ਅਤੇ ਜਿਹੜੀ ਦੇਸ਼ ਦਾ ਫੈਡਰਲ ਢਾਂਚਾ ਉਹ ਮਜ਼ਬੂਤ ਹੋਇਆ ਜਾਂ ਨਹੀਂ ਹੋਇਆ, ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਭਾਈ ਰਣਜੀਤ ਸਿੰਘ ਕੁੱਕੀ ਗਿੱਲ, ਜਿਨ੍ਹਾਂ ਜੋ ਜਾਣੇ ਜਾਂਦੇ ਨੇ ਕੁੱਕੀ ਗਿੱਲ ਦੇ ਨਾਮ 'ਤੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਨਾਈਸ ਟੂ। ਕਿਵੇਂ ਲੱਗਦਾ ਜੀ ਵਰ੍ਹੇਗੰਢ ਮਨਾਈ ਜਾ ਰਹੀ ਹੈ? ਅਸੀਂ 14 ਨੂੰ ਅਤੇ 15 ਨੂੰ ਵਾਘੇ ਬਾਰਡਰ ਜਾ ਕੇ ਮੋਮਬੱਤੀਆਂ ਵੀ ਜਗਾਉਣੀਆਂ, ਦੇਸ਼ ਵੱਲੋਂ ਨਵਾਂ ਸੰਦੇਸ਼ ਵੀ ਦਿੱਤਾ ਜਾਊਗਾ ਜੀ। ਮਤਲਬ ਕਿ ਜਿਹੜਾ ਬੜਾ ਵੱਡੇ ਪੱਧਰ 'ਤੇ ਇਹ ਅੰਮ੍ਰਿਤ ਮਹਾਉਤਸਵ ਦੇ ਕਈਆਂ ਵਜੋਂ 75 ਸਾਲ ਜਿਹੜਾ ਭਾਰਤ ਦੀ ਆਜ਼ਾਦੀ ਨੂੰ ਹੋ ਗਏ ਨੇ, ਉਹਨਾਂ ਨੂੰ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਅੰਡਰ ਦੀ ਲੀਡਰਸ਼ਿਪ ਆਫ ਨਰਿੰਦਰ ਮੋਦੀ, ਉਹ ਇਹਨੂੰ ਬਹੁਤ ਇੰਡੀਆ ਦੇ ਲੈਵਲ 'ਤੇ ਮਨਾਉਣਾ ਚਾਹੁੰਦੇ। ਈਵਨ ਇੰਟਰਨੈਸ਼ਨਲ ਇਹਨਾਂ ਨੇ ਆਪਣੇ ਕਾਂਸਲੇਟਸ ਨੂੰ ਵੀ ਕਿਹਾ ਕਿ ਲੋਕਾਂ ਨੂੰ ਇਨਵੋਲਵ ਕਰਕੇ ਇਹਦੇ ਨਾਲ ਤੁਸੀਂ ਪ੍ਰਾਪਤੀਆਂ ਦੱਸੋ ਭਾਰਤ ਦੇ, ਵੀ ਅਸੀਂ ਹੁਣ ਇੱਕ ਵੱਧਦੀ ਹੋਈ ਨਵੀਂ ਸ਼ਕਤੀ ਹਾਂ। ਇਸ 75 ਸਾਲਾਂ ਵਿੱਚ ਕੱਲ੍ਹ ਹੀ ਸੁਪਰੀਮ ਕੋਰਟ ਦੇ ਬੜੇ ਸੀਨੀਅਰ ਜਸਟਿਸ DY ਚੰਦਰਾਚੂੜ ਨੇ ਕੁਐਸਚਨਸ ਉਠਾਏ ਨੇ। ਉਹ ਪਹਿਲੇ ਵੀ ਆਪਣੇ ਸੋਸ਼ਲ ਅਰੈਨਾ ਵਿੱਚ ਬੋਲਦੇ ਰਹਿੰਦੇ। ਹੁਣ ਉਹਨਾਂ ਨੇ 2 ਮੇਨ ਕੁਐਸਚਨ ਉਠਾਏ ਨੇ ਕਿ ਕੀ ਇੰਡੀਆ ਇੱਕ ਜਸਟ ਸੁਸਾਇਟੀ ਹੈਗੀ ਆ, ਕੀ ਇੱਥੇ ਬਰਾਬਰਤਾ ਹੈਗੀ ਆ, ਕੀ ਇੱਥੇ ਜਿਹੜਾ ਸਿਵਲ ਸੁਸਾਇਟੀ ਗਰੁੱਪਸ ਨੇ ਕੀ ਉਹ ਅੱਗੇ ਨਾਲ ਸਟਰੋਂਗ ਹੋਈ ਆ ਕਿ ਉਹਦੀ ਜਿਹੜੀ ਹੈਗੀ ਆ ਧਰਾਤਲ ਜਿਹੜੀ ਉਹਦੇ ਪੈਰਾਂ 'ਚੋਂ ਨਿਕਲ ਰਹੀ ਆ। ਜਿੱਥੋਂ ਤੱਕ 75 ਸਾਲਾਂ ਦਾ ਪੰਜਾਬ ਦਾ ਸੰਬੰਧ ਆ, ਉਹ 75 ਸਾਲਾਂ ਸਾਡਾ ਪੰਜਾਬ ਦੂਜੀ ਵਾਰੀ ਫੇਰ ਵੰਡਿਆ ਗਿਆ 1966 'ਚ।
ਜਿਹੜੀ ਸਿੱਖਾਂ ਕੋਲੇ ਪੰਜਾਬ ਕੋਲੇ ਇੱਕ ਸਟਰੋਂਗ ਧਿਰ ਸੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਿ ਖੇਤਰੀ ਰੀਜਨਲ ਪਾਰਟੀ ਸੀ, ਉਹਦਾ ਅੱਜ ਵਜੂਦ ਜਿਹੜਾ ਹੈਗਾ ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ 'ਚ ਲੰਘ ਰਿਹਾ। ਲੀਡਰਸ਼ਿਪ 'ਤੇ ਸੀਰੀਅਸ ਕੁਐਸਚਨਸ ਉੱਠ ਰਹੇ ਨੇ। ਇੱਕ ਫੈਮਿਲੀ ਦੀ ਜਿਹੜੀ ਉਹਦੇ 'ਤੇ ਪਕੜ ਸੀ, ਉਸ ਚੀਜ਼ ਨੂੰ ਲੋਕੀ ਪਸੰਦ ਨਹੀਂ ਕਰਦੇ। ਪੀਪਲ ਵਾਂਟ ਅ ਚੇਂਜ, ਪਰ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਨੂੰ ਗਾਉਣਾ ਨਹੀਂ ਚਾਹੁੰਦੇ। ਇਹ ਜਿਹੜੀ ਗੱਲ ਇਹ ਕਹਿੰਦੇ ਆ ਕਿ ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਆ, ਮੈਂ ਕਹਿੰਦਾ ਕਿ 1920 ਤੋਂ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਰੂਪ ਵਿੱਚ ਆਉਣਾ ਚਾਹੀਦਾ ਸੀ, ਇਹ ਉਸ ਰੂਪ ਵਿੱਚ ਨਹੀਂ ਆਏ। ਇਹਨਾਂ ਨੇ ਆਪਣੀ ਪੋਲਿਟਿਕਸ ਜਿਹੜੀ ਹੈਗੀ ਇੰਡੀਅਨ ਨੈਸ਼ਨਲ ਕਾਂਗਰਸ 'ਤੇ ਇਨਫਲੂਐਂਸ ਕਰਕੇ ਆਪਣੇ ਆਪ ਨੂੰ ਗੁਰਦੁਆਰਿਆਂ ਦੀ ਰਿਫਾਰਮ ਮੂਵਮੈਂਟ ਤੱਕ ਹੀ ਸੀਮਤ ਰੱਖਿਆ, ਜਦ ਕਿ ਉਹ ਸਾਡਾ ਪ੍ਰਾਈਮ ਨਿਸ਼ਾਨਾ ਨਹੀਂ ਸੀ। ਪ੍ਰਾਈਮ ਨਿਸ਼ਾਨਾ ਸੀ ਸਾਡਾ ਜਿਹੜਾ 1849 'ਚ ਸਾਡੇ ਕੋਲੋਂ ਲਾਸਟ ਰਾਜ ਗਿਆ, ਜਿਹਨੂੰ ਆਪਾਂ ਸਿੱਖ ਰਾਜ ਵੀ ਕਹਿੰਦੇ ਹਾਂ, ਖਾਲਸਾ ਰਾਜ ਵੀ ਕਹਿੰਦੇ ਹਾਂ। ਉਹਦੇ ਬਾਰੇ ਕਦੀ ਇਹਨਾਂ ਨੇ ਆਪਣੀ ਸੋਚ ਨੂੰ ਕੇਂਦਰਿਤ ਨਹੀਂ ਕੀਤਾ ਕਿ ਉਹ ਵਾਪਸ ਆਪਾਂ ਇੱਕ ਤੀਜੀ ਧਿਰ, ਜਦੋਂ ਪਾਰਟੀਸ਼ਨ ਹੋਈ 47 'ਚ, ਤਾਂ ਕੀ ਉਹ ਦੋ ਧਿਰਾਂ ਦੀ ਸੁਣੀ ਗਈ, ਸਿੱਖ ਕੌਮ ਦੀ ਕਿਉਂ ਨਹੀਂ ਸੁਣੀ? ਇਹਦਾ ਮਤਲਬ ਲੀਡਰਸ਼ਿਪ ਵਿੱਚ ਖਲਾਅ ਸੀਗੇ। ਜਿਹੜੇ ਖਲਾਅ ਵੱਧਦੇ ਪੰਜਾਬੀ ਸੂਬੇ ਵੇਲੇ ਹੋਰ ਉਹਦੇ ਵਿੱਚ ਤਰੇੜਾਂ ਆਈਆਂ, ਕਿਉਂਕਿ ਜੋ ਮਿਲਣਾ ਚਾਹੀਦਾ ਸੀ 1966 'ਚ ਉਹ ਸਾਨੂੰ ਮਿਲਿਆ ਨਹੀਂ। ਅੱਜ ਵੀ ਪੰਜਾਬ ਇੱਕੋ ਇੱਕ ਮੁਲਕ ਦੇ ਵਿੱਚ ਸੂਬਾ ਹੈਗਾ, ਇੰਡੀਆ ਤਾਂ ਇੱਕ ਯੂਨੀਅਨ ਆਫ ਸਟੇਟਸ ਹੈ ਨਾ ਉਹਦੇ ਕੋਲ ਆਪਣਾ ਕੈਪੀਟਲ ਆ, ਜਿਹੜੀ ਕਿ ਕੈਪੀਟਲ ਚੰਡੀਗੜ੍ਹ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਣਾਈ ਸੀ ਕਿ ਇਹ ਤੁਹਾਡਾ ਦੂਜਾ ਲਾਹੌਰ ਆ, ਵੀ ਇਹ ਤੁਹਾਡਾ ਅੱਜ ਤੋਂ ਲਾਹੌਰ ਆ। ਉਹ ਬਣ ਤਾਂ ਗਿਆ, ਪਰ ਲਾਹੌਰ ਸਾਨੂੰ ਕਦੀ ਮਿਲਿਆ ਨਹੀਂ। ਇਸੇ ਤਰ੍ਹਾਂ ਸਾਡੀ ਹਾਈ ਕੋਰਟ ਜਿਹੜੀ ਆ ਉਹ ਸਾਡੇ ਕੰਟਰੋਲ ਥੱਲੇ ਨਹੀਂ। ਸਾਡੀ ਜਿਹੜੀ ਜਿੱਥੇ ਵਿਧਾਨ ਸਭਾ ਲੱਗਦੀ ਆ, ਉਹ ਚੀਜ਼ਾਂ ਵੀ ਸਾਡੇ ਕੰਟਰੋਲ 'ਚ ਨਹੀਂ ਹੈਗੀ। ਸਾਡੇ ਹੁਣ ਤਾਂ ਇਹ ਵੀ ਆ ਰਹੀ ਹੈ ਗੱਲ ਕਿ ਹਰਿਆਣਾ ਗੌਰਮੈਂਟ ਉਸੇ ਚੰਡੀਗੜ੍ਹ ਵਿੱਚੋਂ ਜਗ੍ਹਾ ਮੰਗ ਰਹੀ ਆ, ਅਤੇ ਜਿਹੜਾ ਚੀਫ ਮਿਨਿਸਟਰ ਪੰਜਾਬ ਆ ਉਹਨਾਂ ਨੇ ਇਸ ਦਾ ਕੋਈ ਕਾਊਂਟਰ ਨੈਰੇਟਿਵ ਨਹੀਂ ਦਿੱਤਾ। ਸਗੋਂ ਇਹ ਤਾਂ ਇਸ ਮੌਕੇ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਮੰਗਾਂ ਜਾਂ ਸਿੱਖ ਕੌਮ ਦੀਆਂ ਜਿਹੜੀਆਂ ਮੰਗਾਂ ਰਹੀਆਂ, ਉਹ ਕਿਤੇ ਸਟੈਂਡ ਕਰਦੀਆਂ 75 ਸਾਲ ਬਾਅਦ ਜੀ? ਉਹਦੇ ਕਿ ਤੁਹਾਨੂੰ ਲੱਗਦਾ ਨਹੀਂ ਇੱਕ ਵੇਲਾ ਲੰਘ ਚੁੱਕਾ, ਵੇਲਾ ਬੀਤ ਚੁੱਕਾ? ਮੈਂ ਤਾਂ ਕਹਿੰਦਾ ਵੀ ਆਪਾਂ ਨੂੰ ਕਨਫਰੰਟੇਸ਼ਨ ਪੋਲਿਟਿਕਸ ਨਹੀਂ ਚਾਹੀਦੀ। ਜੇ ਕੋਈ ਵੀ ਗ੍ਰੀਵੈਂਸਿਸ ਨੇ ਪੰਜਾਬ ਦੇ, ਸਭ ਨਾਲੋਂ ਵੱਡਾ ਗ੍ਰੀਵੈਂਸ ਹੈਗਾ ਕਿ ਓਵਰ ਦਾ ਲੌਂਗ ਪੀਰੀਅਡ ਆਫ ਟਾਈਮ, ਪਿਛਲੇ 30 ਸਾਲਾਂ ਤੋਂ ਉੱਤੇ ਸਮੇਂ 'ਚ ਜਿਸ ਤਰ੍ਹਾਂ ਇੱਥੇ ਕਿ ਮਿਸ ਗਵਰਨੈਂਸ ਹੋਈ ਆ, ਪੰਜਾਬ ਇੱਕ ਖੁਸ਼ਹਾਲ ਸੂਬੇ ਤੋਂ ਪਹਿਲੇ ਨੰਬਰ ਤੋਂ ਅੱਜ ਇਹ 18 ਨੰਬਰ 'ਤੇ ਚਲਾ ਗਿਆ। ਇਹਦੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਕਹਿ ਰਿਹਾ ਕਿ ਤੁਸੀਂ ਬੈਂਕਰਪਟ ਹੋ ਜਾਣਾ ਜੇ ਤੁਸੀਂ ਫ੍ਰੀ ਬੀ ਕਲਚਰਸ ਆਪਣਾ ਬੰਦ ਨਹੀਂ ਕੀਤਾ। ਇਹਨਾਂ ਨਾਲ ਪਹਿਲੇ ਜੇ ਪਿੱਛੇ ਝਾਤੀ ਮਾਰੀਏ, ਜਿਹੜੀ ਇਹਨਾਂ ਨੇ ਫ੍ਰੀ ਸਬਸਿਡੀ ਦਿੱਤੀ ਹੈਗੀ ਫਾਰਮਰਸ ਨੂੰ, ਉਹ ਨਹੀਂ ਸੀ ਦੇਣੀ ਚਾਹੀਦੀ। ਜਿਹੜੇ ਕੋਈ ਮਤਲਬ ਕਿ ਥੱਲੜੇ ਵਰਗ ਦੇ ਬੰਦੇ ਸੀਗੇ, ਜਿਨ੍ਹਾਂ ਕੋਲੇ ਘੱਟ ਪੈਲੀ ਸੀ, ਉਹਨਾਂ ਨੂੰ ਸਬਸਿਡੀਜ਼ ਦਿੱਤੀਆਂ ਜਾ ਸਕਦੀਆਂ ਸੀ, ਪਰ ਇਹਨਾਂ ਨੇ ਤਾਂ ਬਲੈਂਕਟ 'ਚ ਹੀ ਉਹ ਚੀਜ਼ ਵੰਡਤੀ। ਉਸ ਚੀਜ਼ ਨੇ ਇੱਕ ਤਾਂ ਸਾਡਾ ਗਰਾਊਂਡ ਵਾਟਰ ਚਲਾ ਗਿਆ, ਸਾਡਾ ਸਾਰੀ ਮਿੱਟੀ ਜਿਹੜੀ ਹੈਗੀ ਜ਼ਹਿਰੀ ਹੋ ਗਈ ਆ, ਸਾਡਾ ਪਾਣੀ ਜ਼ਹਿਰੀ ਹੋ ਗਿਆ। ਲੱਗਦਾ ਕਿ ਜਿਹੜੀ ਲੀਡਰਸ਼ਿਪ ਹੈ ਸਾਡੀ ਪੰਜਾਬ ਦੀ, ਚਾਹੇ ਕਾਂਗਰਸ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਆ, ਜਦੋਂ ਤੱਕ ਮਸਲਾ ਕਿ ਸੈਂਟਰ ਲੈਵਲ 'ਤੇ ਮਸਲੇ ਟੇਕਅਪ ਹੋਏ ਕਿ ਨਹੀਂ ਹੋਏ? ਜੇ ਹੋਏ ਨੇ ਤਾਂ ਸਾਨੂੰ ਵਾਰ-ਵਾਰ ਗੌਰਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਨਜ਼ਰਅੰਦਾਜ਼ ਕਿਉਂ ਕੀਤਾ? ਨਹੀਂ, ਜੇ ਆਪਾਂ ਸੋਚੀਏ ਵੀ ਹੁਣ ਆਪਾਂ ਪਿੱਛੇ ਹੀ ਚਲੋ ਚੱਲ ਜਾਓ, 85 ਚੱਲ ਜਾਓ, 80 ਦਾ ਕਿੱਡਾ ਵਾਇਲੈਂਟ ਸਟਰਗਲ ਚੱਲਿਆ, ਨਹੀਂ ਉਹ ਵੀ ਤਾਂ ਇਹੀ ਆਫਸ਼ੂਟ 'ਚੋਂ ਨਿਕਲਿਆ ਸੀ ਨਾ, ਕਿ ਇਹ ਵਾਅਦੇ ਕਰ ਦਿੰਦੇ ਆ ਲੋਕਾਂ ਨੂੰ, ਪ੍ਰੋਮਿਸਿਸ ਵੱਡੇ ਵੱਡੇ ਕਰ ਦਿੰਦੇ ਆ ਡਿਊਰਿੰਗ ਇਲੈਕਸ਼ਨਸ, ਉਹ ਪਰ ਕਦੀ ਫੁੱਲਫਿਲ ਹੁੰਦੇ ਨਹੀਂ। ਜਦੋਂ ਇਹਨਾਂ ਨੇ ਜੇ ਧਰਮ ਯੁੱਧ ਮੋਰਚਾ ਲਾਇਆ ਸੀ, ਮੈਂ ਕਹਿੰਦਾ ਉਹਦਾ ਧਰਮ ਯੁੱਧ ਨਾਂ ਰੱਖਣਾ ਹੀ ਗਲਤ ਸੀ। ਜੇ ਉਹ ਪੰਜਾਬ ਸੈਂਟਰਡ ਇਸ਼ੂ ਸੀਗਾ, ਉਹਨੂੰ ਪੰਜਾਬ ਸੈਂਟਰਡ ਰੱਖਣਾ ਚਾਹੀਦਾ ਸੀ। ਇਹਦੇ ਨਾਲ ਸੈਕਟੇਰੀਅਨ ਐਂਗਲ ਆਇਆ, ਜਿਹੜਾ ਕਿ ਇਹ ਉਸ ਨੂੰ ਇਹਨੂੰ ਪੋਲੀਟੀਕਲੀ ਆਪਣੇ ਬੈਨੀਫਿਟ ਲਈ ਵਰਤਣਾ ਉਸ ਟਾਈਮ ਦੀ ਰੂਲਿੰਗ ਕਾਂਗਰਸ ਪਾਰਟੀ ਨੂੰ ਸੌਖਾ ਸੀ, ਟੂ ਮੇਕ ਇਟ ਏ ਸਿੱਖ ਵਰਸਸ ਅਦਰ, ਮਤਲਬ ਕਿ ਅਦਰ ਇੰਡੀਆ, ਮਤਲਬ ਇੱਕ ਪਾਸੇ ਇੰਡੀਆ ਖੜਾ ਅਤੇ ਇੱਕ ਪਾਸੇ ਸਿੱਖ ਖੜਿਆ। ਇਹਦੀ ਕਿਉਂ ਇਹ ਚੀਜ਼ ਹੋਈ? ਕਿਉਂਕਿ ਸਾਡੇ ਕੋਲ ਕੋਈ ਸਟਰੋਂਗ ਪੋਲੀਟੀਕਲ ਲੀਡਰਸ਼ਿਪ ਸਾਡੇ 47 ਤੋਂ ਜਾਂ ਉਦੋਂ ਪਹਿਲੇ ਕੋਈ ਸਾਨੂੰ ਕ੍ਰਿਸਮੈਟਿਕ ਫਿਗਰ ਨਹੀਂ ਮਿਲੀ। ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਭਿੰਡਰਾਂ ਵਾਲੇ ਸਟੇਜ 'ਤੇ ਆਉਂਦੇ ਆ, ਉਹਨਾਂ ਨੇ ਵੀ ਆਪਣੇ ਵੋਲਾਟਾਈਲ ਨੈਰੇਟਿਵ ਦੇ ਨਾਲ ਉਸ ਜਿਹੜੀ ਡਿਵਾਈਡ ਸੀਗੀ ਉਹਨੂੰ ਆਪਾਂ ਹੱਲ ਨਹੀਂ ਕਰ ਸਕੇ। ਆਪਣਾ ਜਿਹੜਾ ਉਸ ਵੋਇਸ ਦੇ ਆਉਣ ਨਾਲ ਵੀ
ਜਿਹੜਾ ਸਾਰਾ ਨੈਰੇਟਿਵ ਇਹ ਹੋ ਗਿਆ ਕਿ ਸਿੱਖ ਵਰਸਸ ਅਦਰਸ। ਇੱਕ ਇਹਨਾਂ ਨੇ ਪੋਲਿਟਿਕਸ ਦੇ ਉੱਤੇ ਹਮੇਸ਼ਾ ਚਾਦਰ ਪਵਾ ਕੇ ਰੱਖੀ ਆ ਧਰਮ ਦੀ, ਜਿਹੜੀ ਕਿ ਇਹਨਾਂ ਦੀ ਵਿਜ਼ਨ ਨੂੰ ਕਲਾਊਡ ਕਰਦੀ ਹੈ। ਧਰਮ ਦਾ ਇੱਕ ਆਸਰਾ ਹੁੰਦਾ। ਗੁਰੂ ਸਾਹਿਬ ਨੇ ਸਾਨੂੰ ਲੋਕ ਗਾਥਾ ਚੁਣ ਕੇ ਦਿੱਤੀ ਸੀ ਪੰਜਾਬ 'ਚ। ਜੇ ਹੁਣ ਕਹੀਏ ਵੀ ਜਿਹੜੀਆਂ ਮੰਗਾਂ 47 ਵਾਲੇ ਸੀਗੀਆਂ ਵੀ ਅੱਜ ਵਾਜਬ ਨੇ, ਉਹ ਵਾਜਬ ਤਾਂ ਹੋਣ ਜੋ ਉਹਨਾਂ ਮਗਰ ਕੋਈ ਵੌਇਸ ਹੋਊਗੀ, ਜਿਹਦੇ ਪਿੱਛੇ ਕੋਈ ਇਤਿਹਾਸ ਹੋਊਗਾ। ਲੱਗਦਾ ਕਿ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਨੇ ਕਿ ਜੇ ਦੇਸ਼ ਆਜ਼ਾਦ ਹੋਇਆ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ। ਜੇ ਭਾਰਤ ਆਜ਼ਾਦ ਹੋਇਆ ਜਾਂ ਪਾਕਿਸਤਾਨ ਆਜ਼ਾਦ ਹੋ ਗਿਆ ਅੰਗਰੇਜ਼ਾਂ ਦੇ ਹੱਥੋਂ, ਉਸ ਤੋਂ ਵੱਧ 10 ਲੱਖ ਲੋਕ ਪੰਜਾਬੀ ਮਾਰੇ ਗਏ ਨੇ, ਚਾਹੇ ਮੁਸਲਮਾਨ, ਚਾਹੇ ਹਿੰਦੂ, ਚਾਹੇ ਸਿੱਖ ਮਾਰਿਆ, ਪੰਜਾਬੀ ਗਿਆ, 30 ਲੱਖ ਪਰਿਵਾਰ ਉਜੜ ਗਏ ਹੈਗੇ। ਤਾਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਸੈਂਟਰ ਸਰਕਾਰਾਂ ਨੂੰ ਮੁੱਲ ਪਾਉਣਾ ਚਾਹੀਦਾ ਸੀ, ਪੰਜਾਬੀਆਂ ਦਾ ਨਾਮ ਦੇਣੇ ਚਾਹੀਦੇ ਸੀ, ਉਹ ਨਾਮ ਨਹੀਂ ਦਿੱਤੇ ਗਏ ਜੀ। ਉਹ ਵੀ ਗੱਲ ਆ ਕਿ ਲੀਡਰਸ਼ਿਪ ਦੀ ਜਿਹੜੀ ਕਮਜ਼ੋਰੀ ਆ ਗਈ ਨਾ ਪੰਜਾਬ 'ਚ, ਇਹਨਾਂ ਨੇ ਲੀਡਰਸ਼ਿਪ ਗਰਾਊਂਡ ਤੋਂ ਡਿਵੈਲਪ ਹੀ ਨਹੀਂ ਹੋਣ ਦਿੱਤੀ। ਕਿਉਂਕਿ ਜਿਹੜੀ ਇੱਥੇ ਸਿਆਸਤ ਹਾਵੀ ਰਹੀ ਹੈ, ਚਾਹੇ ਉਹ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਵੇਲੇ ਦੇ ਨਿਗਾਹ ਮਾਰ ਲਓ, ਇੱਥੇ ਪਰਿਵਾਰ ਓਰੀਐਂਟਡ ਸਿਆਸਤ ਚੱਲੀ ਆ। ਚਾਹੇ ਉਹ ਗਾਂਧੀ ਪਰਿਵਾਰ ਦਾ ਸੀ, ਚਾਹੇ ਬਾਦਲ ਪਰਿਵਾਰ ਦਾ ਸੀ, ਚਾਹੇ ਬਰਨਾਲਾ ਪਰਿਵਾਰ ਦਾ ਸੀ, ਜਾਂ ਇੱਥੇ ਸੰਤਾਂ ਦੀ ਸਿਆਸਤ ਚੱਲੀ ਆ। ਉਸ 'ਚ ਸੰਤ ਹਰਚੰਦ ਸਿੰਘ ਲੰਗੋਵਾਲ ਪ੍ਰਮੁੱਖ ਰੂਪ ਵਿੱਚ ਆਉਂਦਾ। ਉਹਨਾਂ ਨੇ ਨਾਲ ਬਰਾਬਰ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਾਲੇ ਸੀ। ਉਹ ਜਿਹੜੀ ਕਨਫਰੰਟੇਸ਼ਨ 84 'ਚ ਹੋਈ ਆ, ਉਹਦੇ ਵਿੱਚੋਂ ਅੱਜ ਤੱਕ ਜਿਹੜੀ ਸਿੱਖ ਸੰਦਰਭ ਆ ਮੁੜ ਕੇ ਉੱਭਰ ਹੀ ਨਹੀਂ ਸਕਿਆ। ਉਹਦੀ ਫਾਲ ਆਊਟ ਹੀ ਪੈਂਦੀ ਰਹੀ, ਕਿਉਂਕਿ ਕਦੀ ਜਿਹੜੀਆਂ ਸਰਕਾਰਾਂ ਆਈਆਂ, ਭਾਵੇਂ ਉਹਨਾਂ ਦੀ ਸੈਂਟਰ ਨਾਲ ਅਲਾਇੰਸ ਸੀਗੇ, ਉਹ ਇਸ ਤੱਕ ਕਦੀ ਕੋਈ ਸਾਨੂੰ ਲਿਆ ਕੇ ਜਵਾਬ ਦੇ ਨਹੀਂ ਸਕੇ। ਇਸ ਲਈ ਜਿਹੜੀਆਂ ਆਹ ਛੋਟੀਆਂ ਮੰਗਾਂ ਨਾ ਹੁਣ ਆਪਾਂ ਨੂੰ ਲੱਗਦਾ ਕਿ ਦੇ ਕੈਨ ਬੀ ਰਿਜ਼ੋਲਵਡ, ਪਰ ਉਹ ਰਿਜ਼ੋਲਵ ਤਾਂ ਹੋਣਗੀਆਂ ਜੇ ਸਾਡੇ ਕੋਲੇ ਸਟਰੋਂਗ ਪੋਲੀਟੀਕਲ ਲੀਡਰਸ਼ਿਪ ਹੋਊਗੀ, ਉਹਦੇ ਕੋਲੇ ਸਟਰੋਂਗ ਨੈਰੇਟਿਵ ਹੋਊਗਾ। ਅੱਛਾ, ਜਿਹੜਾ ਨਰੇਟਿਵ ਸਿਰਜਣਾ ਸੀ, ਮੰਨਿਆ ਕਿ ਬੀਜੇਪੀ ਦੀ ਮਜਬੂਰੀ ਹੋ ਸਕਦੀ, ਕਾਂਗਰਸ ਦੀ ਮਜਬੂਰੀ ਹੋ ਸਕਦੀ, ਸ਼੍ਰੋਮਣੀ ਅਕਾਲੀ ਦਲ ਦੀ ਤਾਂ ਮਜਬੂਰੀ ਨਹੀਂ ਹੋ ਸਕਦੀ ਸੀ, ਕਿਉਂਕਿ ਉਹ ਪੰਜਾਬ ਦੀ ਆਵਾਜ਼ ਸੀ, ਖੇਤਰੀ ਪਾਰਟੀ ਸੀ। ਅੱਜ ਦੇ ਮੌਕੇ ਤਾਂ ਲੱਗਦਾ ਕਿ ਅਕਾਲੀ ਦਲ ਕਿੱਥੇ ਖੜਾ ਗਿਆ। ਅਕਾਲੀ ਦਲ ਨੇ ਜੇ ਗਲਤੀਆਂ ਕੀਤੀਆਂ, ਗਲਤੀਆਂ ਦੀ ਭਰਪਾਈ ਹੋ ਸਕਦੀ ਹੈਗੀ, ਜਾਂ ਤੁਸੀਂ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਜੀ? ਹਜੇ ਤੱਕ ਅਕਾਲੀ ਦਲ ਨੂੰ, ਮੇਰੇ ਖਿਆਲ ਜੇ ਅਕਾਲੀ ਦਲ ਨੂੰ ਰਿਵਾਈਵ ਕਰਨਾ ਤਾਂ ਅਕਾਲੀ ਦਲ ਨੂੰ ਆਪਣੇ ਕੋਰ ਦੇ ਵਿੱਚੋਂ, ਆਪਣੇ ਜਿਹੜੀ ਕਲਾਸੀਫਿਕੇਸ਼ਨ ਉਹਨਾਂ ਨੇ ਬੁਣੀ ਹੋਈ ਆਲੇ ਦੁਆਲੇ, ਉਹਦੇ ਤੋਂ ਬਾਹਰ ਜਾਣਾ ਪਊਗਾ। ਆਮ ਉਹ ਸਿੱਖਾਂ ਕੋਲੇ ਜਾਣਾ ਪਊਗਾ ਜਿਹੜੇ ਭਾਵੇਂ ਅਕਾਲੀ ਦਲ ਦੇ ਮੈਂਬਰ ਵੀ ਹੈ ਨਹੀਂਗੇ, ਉਹਨਾਂ ਨਾਲ ਜਾ ਕੇ ਡਾਇਲਾਗ ਕਰਨਾ ਪਊਗਾ, ਜਿਨ੍ਹਾਂ ਦੇ ਮਗਰ ਕੋਈ ਪਿਛਲੇ 80 ਦਾ ਸਟਰਗਲ ਚੱਲਿਆ, ਜਾਂ 84 ਵੇਲੇ ਉਹ ਗੱਲ ਉੱਠੀ ਜਿਹੜੀ ਕਿ ਸਿੱਖ ਨੌਜਵਾਨੀ ਨੂੰ ਅੱਗੇ ਲਾ ਕੇ ਉਠਾਈ ਗਈ। ਉਸ ਚੀਜ਼ ਦੇ ਇੱਦਾਂ ਦੇ ਕਿਸੇ ਇਤਿਹਾਸ ਵਾਲੇ ਬੰਦੇ ਨਾਲ ਗੱਲ ਕਰਕੇ ਇਹਨਾਂ ਨੂੰ ਆਪਣੀਆਂ ਬੂਹਾਂ 'ਚੋਂ ਬਾਹਰ ਨਿਕਲਣਾ ਪਊਗਾ। ਜੇ ਇਹ ਸੋਚਣਗੇ ਕਿ ਜਿਹੜੀ ਅਸੀਂ ਇਹ ਬਿਮਾਰੀ ਦਾ ਹੱਲ ਇਹ ਲੱਭ ਰਹੇ ਆ, ਕਿਉਰ ਲੱਭ ਰਿਹਾ ਡਿਜ਼ੀਜ਼ ਦਾ, ਉਹ ਜਿਹੜਾ ਕਿਉਰ ਆ ਉਹ ਡਿਜ਼ੀਜ਼ ਨਾਲੋਂ ਵੀ ਭੈੜਾ। ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀ ਸਿਆਸਤ ਬੁਣੀ ਪਿਛਲੇ 30 ਸਾਲਾਂ ਤੋਂ, ਉਹਦੇ ਨਾਲ ਜਿਹੜਾ ਸੀਗਾ ਸਿੱਖ ਪੰਥ ਦਾ ਜਿਹੜਾ ਵਾਰਤਾਲਾਪ ਸੀ, ਨੈਰੇਟਿਵ ਸੀਗਾ, ਉਹ ਸਿਰਫ ਇੱਕ ਫੈਮਿਲੀ ਓਰੀਐਂਟੇਸ਼ਨ 'ਚ ਰਹਿ ਗਿਆ, ਅਤੇ ਨਾ ਅਗਲੀ ਕੋਈ ਲੀਡਰਸ਼ਿਪ ਉੱਠਣ ਦਿੱਤੀ। ਕੋਈ ਚੈਨਲ ਉੱਠੇ ਬਾਹਰ, ਚੈਨਲ ਬੰਦ ਕਰਾਤੇ। ਕਿੰਨੇ ਮੇਰਾ 18-20 ਚੈਨਲ ਖਤਮ ਹੋਇਆ, ਚਾਹੇ ਡੇ ਐਂਡ ਨਾਈਟ ਲਾ ਲਓ, ਚਾਹੇ ਲਿਸ਼ਕਾਰਾ ਲਾ ਲਓ। ਤੁਸੀਂ ਓਵਰ ਦਾ ਪੀਰੀਅਡ ਤੁਸੀਂ ਜਰਨਲਿਜ਼ਮ 'ਚ ਹੈਗੇ ਆ। ਇੱਥੇ ਜਿਹੜੀ ਸਬ ਸਰਵੀਐਂਸ ਚੱਲੀ, ਫਰੀਬੀਸ ਵੰਡੇ ਗਏ, ਲੋਕਾਂ ਨੂੰ ਕੰਮਾਂ ਤੋਂ ਅਲੱਗਾ ਕਰਕੇ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡਾ ਸਿੱਖ ਨੌਜਵਾਨ, ਮੈਂ ਪੜ੍ਹ ਰਿਹਾ ਸੀ ਕਿ ਨਰਿੰਦਰ ਮੋਦੀ ਦੇ ਜਿਹੜੇ ਪਿਛਲੇ 8 ਸਾਲ ਆ, 22 ਕਰੋੜ ਬੱਚਿਆਂ ਨੇ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਓਵਰ ਦੀ ਸੀਟੀਜ਼, ਅਤੇ ਜੋਬ ਕਿੰਨਿਆਂ ਨੂੰ ਮਿਲੀ? ਸਿਰਫ 7 ਲੱਖ ਨੂੰ। ਅਤੇ ਅੱਜ ਜਿਹੜਾ ਇੰਡੀਆ ਦਾ ਟਰੇਡ ਡੈਫਿਸਿਟ ਆ, ਇਹ ਜੂਨ ਵਿੱਚ $26.7 ਬਿਲੀਅਨ ਸੀਗਾ, ਜਿਹੜਾ ਕਿ ਜੁਲਾਈ 'ਚ ਵੱਧ ਕੇ 31 ਬਿਲੀਅਨ ਹੋ ਗਿਆ। ਗੌਰਮੈਂਟ ਆਫ ਇੰਡੀਆ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਕਿ 8 ਸਾਲ ਦੀ ਜਿਹੜੀ ਸਰਕਾਰ ਨਰਿੰਦਰ ਮੋਦੀ ਸਾਹਿਬ ਦੀ ਹੈ, ਫੈਡਰਲ ਢਾਂਚਾ ਮਜ਼ਬੂਤ ਹੈ ਜਾਂ ਕਮਜ਼ੋਰ ਹੈ ਜੀ? ਇਹ ਤਾਂ ਇਹਨਾਂ ਦੇ ਸੁਪਰੀਮ ਕੋਰਟ ਦੇ ਜਸਟਿਸ ਕਹਿ ਰਹੇ ਆ ਕਿ ਫੈਡਰਲਿਜ਼ਮ ਇਜ਼ ਅੰਡਰ ਸੀਰੀਅਸ ਥ੍ਰੈਟ। ਇਹ ਆਪਣੀਆਂ ਜੱਜਮੈਂਟਸ 'ਚ ਵੀ ਓਪੀਨੀਅਨ ਕਰ ਰਹੇ ਹੋ। ਬੜੇ ਕਲੋਨੀਅਲ ਐਰਾ ਦੇ ਜਿਹੜੇ ਕਾਨੂੰਨ ਆ ਸੈਡੇਸ਼ਨ ਦੇ ਜਾਂ ਦੂਜੇ, ਉਹਨਾਂ 'ਤੇ ਕਹਿ ਰਹੇ ਆ ਕਿ ਇਹਨਾਂ 'ਤੇ ਪਾਰਲੀਮੈਂਟ ਦੁਬਾਰਾ ਵਿਚਾਰ ਕਰੇ। ਉਹ ਇਹ ਕਹਿ ਰਹੇ ਆ ਕਿ ਸਾਨੂੰ ਕਾਨਸਟੀਟਿਊਸ਼ਨਲੀ ਕੰਮ ਕਰਨ ਦਿੱਤਾ ਜਾਵੇ। ਇਹਦਾ ਮਤਲਬ ਜੁਡੀਸ਼ਰੀ ਵੀ ਅੰਡਰ ਥ੍ਰੈਟ ਆ ਕਿਸੇ ਤਰ੍ਹਾਂ। ਉਹ ਕਹਿੰਦੇ ਵੀ ਸਾਨੂੰ ਐਗਜ਼ੈਕਟਿਵ ਤੋਂ ਸਾਡੇ 'ਤੇ ਬਾਰ-ਬਾਰ ਇੰਟਰਫੇਰੈਂਸ ਹੋ ਰਹੀ ਆ। ਸਾਡੇ ਕੋਲ ਪੂਰੀ ਆਜ਼ਾਦੀ ਨਹੀਂ ਕਿ ਅਸੀਂ ਕਿਹੜੇ ਜੱਜ ਕਿੰਨੇ ਲਾਉਣੇ, ਕਿੱਥੇ ਨਹੀਂ। ਸਾਰਿਆਂ ਨਾਲੋਂ ਪਹਿਲਾ ਪਿੱਲਰ ਜਿਹੜਾ ਡੈਮੋਕ੍ਰੇਸੀ ਦਾ ਕੁਐਸਚਨ 'ਚ ਆਉਂਦਾ, ਉਹ ਜਸਟਿਸ ਸਿਸਟਮ ਦੀ ਡਿਲੀਵਰੀ 'ਤੇ ਆਉਂਦਾ।
ਲੱਖਾਂ ਕੇਸ ਪੈਂਡਿੰਗ ਪਏ ਨੇ, ਜੱਜਸ ਦੀ ਸਟਰੈਂਥ ਹੈ ਨਹੀਂ। ਈਵਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੈ ਲਓ, ਇੱਥੇ 82 ਹੈਗੇ ਨਾ ਸੈਂਕਸ਼ਨ ਪੋਸਟ ਜਸਟਿਸ, ਲੱਗੇ ਕਿੰਨੇ ਹੋਏ ਨੇ 42। ਸੋ ਉਹ ਕੀ ਆਪਣੇ ਕੋਲ ਟੈਲੈਂਟ ਮੁੱਕ ਗਿਆ। ਈਵਨ ਜਿਹੜੀ ਪ੍ਰੈਜ਼ੈਂਟ ਪੰਜਾਬ ਗੌਰਮੈਂਟ ਆ, ਜਿਹਨੂੰ ਇੱਕ ਮਿਰਗ ਦਿਸ਼ਨਾ ਕਰਕੇ ਲੋਕਾਂ ਨੇ ਚੁਣ ਲਿਆ ਵੀ ਅਸੀਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਅਸੀਂ ਕੰਮਕਾਰ ਉਹਨਾਂ ਦੇ ਦੇਖ ਲਏ, ਉਹ ਸਾਡੀਆਂ ਛਾਵਾਂ ਨਾਲ ਨਹੀਂ ਚੱਲਦੀਆਂ। ਪਰ ਹੁਣ ਜਦੋਂ ਨੇੜੇ ਜਾ ਕੇ ਉਹਨਾਂ ਨੇ ਦੇਖਿਆ ਵੀ ਅਸੀਂ ਆਮ ਆਦਮੀ ਦੀ ਸਰਕਾਰ ਚੁਣੀ ਆ ਕਿ ਦਿੱਲੀ ਦਰਬਾਰ ਚੁਣ ਲਿਆ, ਹੁਣ ਲੋਕੀ ਹੋਰ ਭੰਬਲ ਭੁੱਸੇ 'ਚ ਪੈ ਗਏ। ਜਿਹੜੇ ਜਿਸ ਕਿਹਾ ਕਿ ਲੋਕਾਂ ਨੇ ਚੁਣੀ ਤੇ ਪੰਜਾਬ ਸਰਕਾਰ ਹੀ, ਨਾ ਕਿ ਦਿੱਲੀ ਦਰਬਾਰ, ਤੁਹਾਨੂੰ ਲੱਗਦਾ ਦਿੱਲੀ ਦਰਬਾਰ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ? ਇਹ ਆ ਨਾ ਕਿ ਜਿਹੜੇ ਦਿੱਲੀ ਤੋਂ ਆਏ ਨੇ ਇੰਡੀਵਿਜੂਅਲਸ, ਜਿਹੜੇ ਕਿ ਬਹੁਤ ਉਹਨਾਂ ਨੂੰ ਪਬਲਿਸਾਈਜ਼ ਕੀਤਾ ਜਾ ਰਿਹਾ, ਈਵਨ ਉਹਨੂੰ ਸੁਪਰ CM ਲਾਉਣ ਤੱਕ ਦੀ ਵੀ ਗੱਲ ਆ ਰਹੀ ਹੈ। ਆਈ ਡੋਂਟ ਥਿੰਕ ਕਿ ਉਹਨਾਂ ਨੂੰ ਪੰਜਾਬ ਦੀ ਮਿੱਟੀ ਦਾ ਪਤਾ। ਪੰਜਾਬ ਦੀ ਮਿੱਟੀ ਦਫ਼ਤਰਾਂ 'ਚ ਨਹੀਂ ਪਤਾ ਲੱਗਣੀ, ਪੰਜਾਬ ਦੀ ਮਿੱਟੀ ਨੂੰ ਪਹਿਲੇ ਜੜੋ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਰੋਜ਼ ਪੰਜਾਬ ਕਨਫਰੰਟੇਸ਼ਨ ਦੇ ਰਾਹ ਪਏ ਆ। ਆਈ ਡੋਂਟ ਵਾਂਟ ਕਨਫਲਿਕਟ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਨਾ ਨਾਅਰਾ ਲੱਗਣਾ ਚਾਹੀਦਾ। ਹੁਣ ਜਿਵੇਂ ਝੰਡੇ ਦਾ ਨਾਅਰਾ ਲੱਗ ਰਿਹਾ, ਇੱਕ ਪਾਸੇ ਕਹਿ ਰਹੇ ਕਿ ਅਸੀਂ ਤਾਂ ਜੀ ਨਿਸ਼ਾਨ ਸਾਹਿਬ ਚੜਾਉਣਾ, ਇੱਕ ਪਾਸੇ ਨਰਿੰਦਰ ਮੋਦੀ ਹੁਣੀ ਕਹਿ ਰਹੇ ਵੀ ਨਹੀਂ, ਹਰ ਇੱਕ ਨੇ ਆਪਣੇ ਘਰੇ ਤਿਰੰਗਾ ਲਾਉਣਾ। ਆਪਾਂ ਕਿਸ ਤਰ੍ਹਾਂ ਦੇ ਇਸ਼ੂਜ਼ 'ਚ ਆ ਕੇ ਫਸ ਗਏ ਹੋਏ ਹਾਂ। ਅੱਛਾ, ਤੁਸੀਂ ਕਿਹਾ ਕਿ ਦਫ਼ਤਰਾਂ 'ਚ ਬੈਠ ਕੇ ਨਹੀਂ ਪੰਜਾਬ ਦੀ ਮਿੱਟੀ ਨਾਲ ਜੁੜਿਆ ਜਾ ਸਕਦਾ, ਉਹਦੀ ਖੁਸ਼ਬੂ ਲੈਣ ਵਾਸਤੇ ਤੁਹਾਨੂੰ ਲੋਕਾਂ ਨਾਲ ਜੁੜਨਾ ਪਊਗਾ। ਸੁਝਾਅ ਤਾਂ ਮੰਗੇ ਜਾ ਰਹੇ ਨੇ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਆਵਾਜ਼ ਮੈਂ ਬੰਨਾਂਗਾ, ਮੈਨੂੰ ਸੁਝਾਅ ਦਿਓ ਜੀ, ਮੈਂ ਪਾਰਲੀਮੈਂਟ 'ਚ ਗੱਲ ਕਰਾਂਗਾ ਪੰਜਾਬ ਦੀ ਜੀ। ਪਹਿਲੇ ਤਾਂ ਇਹ ਆ ਵੀ ਤੁਸੀਂ ਇਹ ਝਾਤ ਮਾਰੋ ਕਿ ਜਦ ਦੀ ਇਹ ਸਰਕਾਰ ਆਈ ਆ, ਜਿਹੜੀਆਂ ਵੈਕੈਂਸੀਜ਼ ਇਹਨਾਂ ਨੇ ਭਰੀਆਂ ਨੇ ਉਹਨਾਂ 'ਚ ਪੰਜਾਬੀ ਬੱਚੇ ਕਿੰਨੇ ਆ? ਇਹ ਸੀਰੀਅਸ ਕੁਐਸਚਨ ਹੈ। ਨੌਨ ਪੰਜਾਬੀਆਂ ਨੂੰ ਭਰਤੀ ਕੀਤਾ ਜਾ ਰਿਹਾ, ਚਾਹੇ ਉਹ ਪਾਵਰ ਕਾਰਪੋਰੇਸ਼ਨ 'ਚ ਲੈ ਲਓ, ਚਾਹੇ ਇਹਨਾਂ ਦੀ ਆਪ ਦੀ ਮੀਡੀਆ ਟੀਮ ਲੈ ਲਓ, ਜਾਂ ਹੋਰ ਜਿਹੜੇ ਅਦਾਰੇ ਕੀਤੇ ਨੇ। ਜਿਹੜੇ ਵੀ ਕੋਈ ਇਹਨਾਂ ਨੇ ਸਟੈਪਸ ਚੱਕੇ ਨੇ, ਜਿਵੇਂ ਮਾਈਨਿੰਗ ਦਾ ਕਹਿ ਰਹੇ ਇਹ, ਮਾਈਨਿੰਗ ਬਾਰੇ BSF ਨੇ ਰਿਟ ਲਾਈ ਹੋਈ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿੱਥੇ ਚੀਫ ਜਸਟਿਸ ਆਪ ਉਹਦੀ ਸੁਣਵਾਈ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ 24 ਆਵਰਸ ਲਗਾਤਾਰ ਐਵਰੀ ਡੇ ਆਫਟਰ ਡੇ ਮਾਈਨਿੰਗ ਹੋ ਰਹੀ ਆ, ਖਾਸ ਕਰਕੇ ਬਾਰਡਰ ਬੈਲਟ 'ਚ ਗੁਰਦਾਸਪੁਰ ਅਤੇ ਪਠਾਨਕੋਟ 'ਚ, ਉਹਦੇ ਨਾਲ ਉਹ ਕਹਿੰਦੇ ਕਿ ਇਹਦੇ ਨਾਲ ਇੰਟਰਨਲ ਸਿਕਿਉਰਿਟੀ ਨੂੰ ਥ੍ਰੈਟ ਆ ਜਾਣੀ। ਇਹਨਾਂ ਤੋਂ ਉਹ ਇਸ਼ੂ ਹੀ ਨਹੀਂ ਸੋਲਵ ਕੀਤਾ ਜਾ ਰਿਹਾ। ਇਹਨਾਂ ਤੋਂ ਇਹ ਨਹੀਂ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਈ ਗਈ ਕਿ ਜਦੋਂ 50 ਕਿਲੋਮੀਟਰ ਤੱਕ ਅੰਦਰ BSF ਦਾ ਪੰਜਾਬ 'ਚ ਕੰਟਰੋਲ ਆ, ਅਤੇ ਫਿਰ ਜਿਹੜੀ ਇੰਨੀ ਡਰੱਗਸ ਕਿੱਥੋਂ ਆ ਰਹੀ, ਇੰਨਾ ਵੈਪਨ ਆ ਕਿੱਥੋਂ ਰਿਹਾ? ਜਣੇ ਖਣੇ ਆਪਾਂ ਰੋਜ਼ ਪੜ੍ਹਦੇ ਹਾਂ 7 ਪਿਸਤੌਲ ਫੜੇ ਗਏ ਜੀ, ਅੱਜ 12 ਫੜੇ ਗਏ, ਅੱਜ ਇੰਨੀ ਡਰੱਗ ਆ ਗਈ। ਤੁਹਾਡਾ ਆਪ ਦਾ ਜਿਹੜਾ ਸੁਪਰਡੈਂਟ ਆ ਜੇਲ੍ਹ ਦਾ ਫਰੀਦਕੋਟ ਦਾ, ਤੁਹਾਨੂੰ ਉਹ ਡਰੱਗ ਸਪਲਾਈ ਕਰਨ ਜਾਂਦਾ ਫੜਿਆ ਗਿਆ। ਉਹਦੇ ਕੋਲ ਹੁਣ ਪਤਾ ਨਹੀਂ ਕਿੰਨੇ ਲੱਖ, 6 ਲੱਖ ਕਰੰਸੀ ਲੱਭੀ ਆ। 19 ਫੋਨ ਕੱਲ੍ਹ ਪਟਿਆਲਾ ਜੇਲ੍ਹ 'ਚੋਂ ਲੱਭੇ ਆ। ਅਤੇ ਜੇ ਤੁਹਾਡਾ ਜੇਲ੍ਹਾਂ 'ਚ ਜਦੋਂ ਕਿਸੇ ਦਾ ਇੱਥੇ ਨਾਮੀ ਬੰਦੇ ਦਾ ਕਤਲ ਹੋਇਆ ਤਾਂ ਉਹਦੀ ਵੀ ਜਿਹੜੀ ਪੈਡ ਸੀਗੀ ਉਹ ਦਿੱਲੀ ਦੀ ਤਿਹਾਰ ਜੇਲ੍ਹ 'ਚ ਉੱਠੀ। ਉਹ ਦਿੱਲੀ ਦੀ ਤਿਹਾਰ ਜੇਲ੍ਹ ਇਜ਼ ਡਾਇਰੈਕਟ ਕੰਟਰੋਲ ਆਫ ਅਰਵਿੰਦ ਕੇਜਰੀਵਾਲ। ਇਹ ਆਨਸਰ ਪਹਿਲੇ ਦਿਓ, ਫਿਰ 3 ਕਰੋੜ ਲੋਕਾਂ ਨੂੰ ਪੁੱਛੋ ਵੀ ਤੁਹਾਨੂੰ ਅਸੀਂ ਕੀ ਸਜ਼ਾ ਲੈਣੇ। ਲੱਗਦਾ ਕਿ ਭਗਵੰਤ ਮਾਨ ਸਾਹਿਬ ਤੇ ਲੋਕਾਂ ਨੇ ਬਹੁਤ ਜ਼ਿਆਦਾ ਭਰੋਸਾ ਕੀਤਾ ਹੈਗਾ, ਪਰ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਭਗਵੰਤ ਮਾਨ 'ਤੇ ਭਰੋਸਾ ਨਹੀਂ ਕਰ ਰਹੀ ਹੈ। ਇਸ ਮੌਕੇ ਪੰਜਾਬ ਕੀ ਕਰਨ? ਕਿਉਂਕਿ ਪੰਜਾਬ ਨੇ ਲੋਕ ਫਤਵਾ ਤੇ ਭਗਵੰਤ ਮਾਨ ਸਾਹਿਬ ਨੂੰ ਦਿੱਤਾ ਹੈਗਾ, ਅਤੇ ਉਹ ਕਹਿ ਰਹੇ ਕਿ ਨਹੀਂ, ਦਿੱਲੀ ਵਾਲੇ ਜ਼ਿਆਦਾ ਬੈਟਰ ਚਲਾ ਸਕਦੇ, ਕਿਉਂਕਿ ਦਿੱਲੀ ਵਾਲਿਆਂ ਨੂੰ ਤਜਰਬਾ ਹੈਗਾ, ਦਿੱਲੀ ਵਾਲਿਆਂ ਦੇ ਨਾਲ MOU ਵੀ ਕੀਤਾ ਹੈਗਾ, ਦਿੱਲੀ ਤੋਂ ਰਾਜ ਸਭਾ ਮੈਂਬਰ ਵੀ ਲਾ ਦਿੱਤੇ ਹੈਗੇ ਨੇ। ਇਹ ਜਿਹੜੇ ਪੰਜਾਬ ਦੇ ਵਿੱਚ ਹੈ ਕਿ ਬਾਹਰੀ ਵਾਲਾ ਜਿਹੜਾ ਮੁੱਦਾ ਉੱਠ ਰਿਹਾ ਹੈਗਾ, ਤੁਹਾਨੂੰ ਲੱਗਦਾ ਕਿ ਸਟੇਟ ਦਾ ਜ਼ਿਆਦਾ ਨੁਕਸਾਨ ਹੋ? ਕਹਿੰਦੇ ਜੇ ਸਾਡੇ ਜਿਹੜੇ ਪਾਰਲੀਮੈਂਟ ਜਾ ਕੇ ਗੱਲਾਂ ਕਰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਅਵਾਰਾ ਕੁੱਤਿਆਂ ਦੀ ਬੜੀ ਭਰਮਾਰ ਆ, ਉਹਦੇ ਨਾਲ ਉਹ ਸਾਡੇ ਚੰਗੇ ਕਿ ਜਾਣ ਜਿਹੜੇ ਬਾਹਰ ਲਿਆ ਕੇ ਸੁਝਾਅ ਮੰਗ ਰਹੇ ਹੈਗੇ ਨੇ ਕਿ ਮੈਂ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨੀ, ਮੈਨੂੰ ਸੁਝਾਅ ਦਿਓ, ਬੈਟਰ ਕਿਹੜਾ ਹੋਇਆ ਜੀ? ਦੇਖੋ ਜੀ, ਜਿਹੜਾ ਇਹ ਦਿੱਲੀ ਮਾਡਲ ਕਹਿ ਰਿਹਾ ਸੀ ਭਗਵੰਤ ਮਾਨ, ਮੇਰਾ ਖਿਆਲ ਇਹਨਾਂ ਨੂੰ ਦੁਬਾਰਾ ਪੜ੍ਹ ਲੈਣਾ ਚਾਹੀਦਾ। ਉੱਥੇ ਜਿਹੜੀ ਫਿਜ਼ੀਕਲ ਪਾਲਿਸੀ ਐਕਸਾਈਜ਼ ਦੀ ਲਿਆਂਦੀ ਗਈ ਸੀ, ਬੜੀ ਜ਼ੋਰ ਸ਼ੋਰ ਨਾਲ ਇਹਨਾਂ ਨੇ ਐਡਵਰਟਾਈਜ਼ਮੈਂਟ ਐਵਰੀ ਆਵਰ 2.5 ਲੱਖ ਰੁਪਏ ਤੋਂ ਉੱਤੇ ਜਿਹੜੀ ਆ ਪੰਜਾਬ ਗੌਰਮੈਂਟ ਐਡਵਰਟਾਈਜ਼ਮੈਂਟ 'ਤੇ ਵਰਤ ਰਹੀ ਆ। ਕੀ ਇਹ ਵਾਇਬਲ ਆ? ਤੁਹਾਡੇ ਕੋਲੇ ਕਰਜ਼ਾ ਮੋੜਨ ਲਈ ਕਰਜ਼ਾ ਚੱਕਣਾ ਪੈ ਰਿਹਾ। ਤੁਸੀਂ ਪੰਜ ਵਰਗੀਆਂ ਜਿਹੜੇ ਐਡੇ ਨਾਮੀ ਅਦਾਰੇ ਆ ਉਹ ਤੁਸੀਂ ਬੰਦ ਕਰਨ ਦੇ ਆਰਡਰ ਦੇ ਚੁੱਕੇ ਆ। ਜਿਹੜੀ ਦਿੱਲੀ ਦੀ ਐਕਸਾਈਜ਼ ਪਾਲਿਸੀ ਤੋਂ ਹੀ ਲਾ ਲਓ, ਪਹਿਲੇ ਉੱਥੇ ਫੇਲ ਹੋ ਗਈ। ਉਹ ਅੰਡਰ CBI ਦੇ ਸਕੈਨਰ ਆ। ਲਿਊਟੀਨੈਂਟ ਗਵਰਨਰ ਨੇ ਇਹਨਾਂ ਦੇ ਮਨੀਸ਼ ਸਿਸੋਦੀਆ ਅਤੇ ਸੈਵਰਲ ਬਿਊਰੋਕਰੈਟਸ ਦੇ ਬਾਰੇ ਇਨਵੈਸਟੀਗੇਸ਼ਨ ਮੰਗੀ ਆ।
ਉਹ ਉੱਥੇ ਇਹਨਾਂ ਨੂੰ ਪਾਲਿਸੀ 31 ਜੁਲਾਈ ਨੂੰ ਬੰਦ ਕਰਨੀ ਪੈਗੀ। ਉਹ ਪਾਲਿਸੀ ਇਹ ਪੰਜਾਬ 'ਚ ਲੈ ਕੇ ਆਏ। ਜੋ ਦਿੱਲੀ ਵਿੱਚ ਗਵਰਨਮੈਂਟ ਨੂੰ ਘਾਟਾ ਪਾ ਸਕਦੀ ਆ, ਇੱਥੇ ਕਿਵੇਂ ਵਾਇਬਲ ਹੋ ਜਾਊ। ਇਸੇ ਤਰ੍ਹਾਂ ਤੁਸੀਂ ਲੈ ਲਓ ਉੱਥੋਂ ਦਾ ਜਲ ਬੋਰਡ, ਜਿਹਦਾ ਕਿ ਜਿਹੜੇ ਹੁਣ ਸੁਪਰ ਸੀਐਮ ਲਾਉਣਾ ਚਾਹੁੰਦੇ ਸੀ ਰਾਘਵ ਚੱਡੇ ਨੂੰ, ਉਹ ਜਲ ਬੋਰਡ ਦਾ ਦਿੱਲੀ ਦਾ 6 ਮਹੀਨੇ ਰਿਹਾ ਵਾਈਸ ਚੇਅਰਮੈਨ। ਉਹਦਾ ਚੇਅਰਮੈਨ ਸੀ ਸਤਿੰਦਰ ਜੈਨ, ਉਹ ਵੀ ਜੇਲ੍ਹ 'ਚ ਆ। ਜਿਹੜਾ ਜਲ ਬੋਰਡ ਦੇ ਫਾਈਨੈਂਸ਼ੀਅਲ ਸਟੇਟਸ ਆ, 57,000 ਕਰੋੜ ਦਾ ਕਰਜ਼ਾ ਛੱਡ ਕੇ ਆਇਆ। ਕੀ ਇਹ ਪੰਜਾਬ ਨੂੰ ਵਾਇਬਲ ਕਰ ਦੇਣਗੇ? ਇਹਦੇ ਸਕੂਲਸ ਪੰਜਾਬ ਦੇ ਆਊਟਸ਼ਾਈਨ ਕਰ ਰਿਹਾ ਦਿੱਲੀ ਨਾਲੋਂ। ਤੁਹਾਡੇ ਕੋਲ ਇੰਨਾ ਇਨਫਰਾਸਟਰਕਚਰ ਪਿਆ, ਤੁਸੀਂ ਉੱਤੋਂ ਮੁਹੱਲਾ ਕਲੀਨਿਕ ਬਣਾ ਰਹੇ। ਜਿਹੜੇ ਆਪਣੇ ਬਣੇ ਹੋਏ ਨੇ ਕਲੀਨਿਕਸ, ਉਹਨਾਂ ਨੂੰ ਅਪਗ੍ਰੇਡ ਕਰੋ। ਤੁਹਾਡੇ ਮਿਨਿਸਟਰਸ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਪ੍ਰੋਫੈਸ਼ਨਲੀ ਅਸੀਂ ਕਿਵੇਂ ਕੰਡਕਟ ਕਰਨਾ। ਇੱਥੇ ਜਿਹੜੇ MLA ਚੁਣ ਕੇ ਭੇਜੇ ਆ, ਉਹ ਉਹਨਾਂ ਨੂੰ ਥਾਣੇਦਾਰੀ ਨਹੀਂ ਸੌਂਪੀ, ਉਹਨਾਂ ਨੂੰ ਸੇਵਾ ਸੌਂਪੀ ਆ ਲੋਕਾਂ ਨੇ। ਉਹ ਸਟਾਫ ਇੰਨਾ ਪਰੇਸ਼ਾਨ ਆ। ਈਵਨ ਮੈਡੀਕਲ ਦਾ ਲੈ ਲਓ, 50 ਨਾਮੀ ਆਪਣੇ ਸਪੈਸ਼ਲਿਸਟ ਡਾਕਟਰ ਨੇ ਇਹ ਕਿਹਾ ਕਿ ਸਾਨੂੰ ਰਿਲੀਵ ਕਰ ਦਿਓ। ਅਰਾਊਂਡ ਡਜ਼ਨ 12 IAS ਅਫਸਰ ਇਹ ਕਹਿ ਰਹੇ IPS ਕਿ ਸਾਨੂੰ ਉੱਥੋਂ ਅਸੀਂ ਪੰਜਾਬ 'ਚ ਨਹੀਂ ਕੰਮ ਕਰਨਾ ਚਾਹੁੰਦੇ, ਅਸੀਂ ਸੈਂਟਰਲ ਡੈਪੂਟੇਸ਼ਨ 'ਤੇ ਜਾਣਾ ਚਾਹੁੰਦੇ। ਕਦੀ ਸੈਂਟਰਲ ਡੈਪੂਟੇਸ਼ਨ ਵਾਲੇ ਚਾਅ ਨਾਲ ਪੰਜਾਬ 'ਚ ਆਉਂਦੇ ਸੀ। ਜਿਹੜੇ ਇੱਥੋਂ ਦੇ ਬਿਊਰੋਕਰੈਟਸ ਆ, ਉਹਨਾਂ ਦਾ ਦੱਸੋ ਵੀ ਪੰਜਾਬ ਪੱਖੀ ਅੱਜ ਤੱਕ ਕੋਈ ਉਹਨਾਂ ਦਾ ਆਇਆ, ਕੋਈ ਉਹਨਾਂ ਦਾ ਰੁਖ ਸਾਹਮਣੇ? ਕਦੀ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਹੋਵੇ, ਕੋਈ ਐਡਮਿਨਿਸਟ੍ਰੇਟਿਵ ਮੈਜਰ ਲਿਆਂਦਾ ਹੋਵੇ? ਸਕੂਲ ਪੰਜਾਬ ਦੇ ਆਊਟਸ਼ਾਈਨ ਕਰਨ, ਮਾਡਲ ਦਿੱਲੀ ਆਵੇ। ਦਿੱਲੀ ਦੀ ਐਕਸਾਈਜ਼ ਪਾਲਿਸੀ ਫੇਲ ਆ। ਦਿੱਲੀ ਦਾ ਬਜਟ ਜਿਹੜਾ ਹੈਗਾ ਡੈਫਿਸਿਟ 'ਚ ਜਾਂਦਾ। ਦੱਸਣ ਕਿ ਜਦੋਂ ਦੇ 2014 ਦੇ ਆਏ ਆ, ਕੀ ਦਿੱਲੀ ਦਾ ਬਜਟ ਵਧਿਆ ਕਿ ਉਹਦੇ 'ਤੇ ਕਰਜ਼ਾ ਵਧਿਆ? ਅਸੀਂ ਹੋਰ ਦੱਸੋ, ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਘਰ ਘਰ ਤਿਰੰਗਾ ਲਹਿਰਾਓ, ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਹੋਣਾ ਨੇ ਵੀ ਸਟੇਟਮੈਂਟ ਦਿੱਤੀ, ਉਹ ਕਹਿਣਗੇ ਕੇਸਰੀ ਝੰਡਾ ਲਹਿਰਾਉਣਾ ਹੈਗਾ। ਇੱਕ ਪਾਸੋਂ ਭਗਤ ਸਿੰਘ ਨੂੰ ਵੀ ਆਜ਼ਾਦੀ ਦੇ ਪਰਵਾਨੇ ਨਹੀਂ ਮੰਨਦੇ, ਸ਼ਹੀਦ ਨਹੀਂ ਮੰਨਦੇ, ਉਹ ਕਹਿੰਦੇ ਅੱਤਵਾਦੀ ਨੇ। ਸਿਮਰਜੀਤ ਸਿੰਘ ਮਾਨ ਦੀ ਪੋਲਿਟਿਕਸ ਨੂੰ ਕਿਵੇਂ ਦੇਖਦਾ ਹੈਗੇ? ਮੇਰਾ ਖਿਆਲ ਸਿਮਰਨਜੀਤ ਸਿੰਘ ਮਾਨ ਦੀ ਨਾ ਬੜੀ ਫੇਲਡ ਪਾਲਿਸੀਜ਼ ਨੇ। ਕਦੀ ਉਹ 1989 'ਚ ਕਿਰਪਾਨ ਦਾ ਸਹਾਰਾ ਲੈਂਦੇ ਆ। ਜਦੋਂ ਬੰਦਾ ਹਥਿਆਰਾਂ ਦਾ ਉਦੋਂ ਹੀ ਪਾਵਰ ਸਮਝ ਸਕਦਾ ਜਦੋਂ ਉਹਦੇ ਵੈਪਨ ਦੇ ਮਗਰ ਤੁਹਾਡੇ ਕੋਲ ਥਾਟ ਹੋਵੇ। ਵਰਡਸ ਮੇਕ ਵੈਪਨਸ ਮੋਰ ਪਾਵਰਫੁਲ ਦੈਨ ਵੈਪਨਸ ਡਜ਼ਨਟ ਮੇਕ ਐਨੀਬਡੀ ਪਾਵਰਫੁਲ। ਜੇ ਇਕੱਲੇ ਵੈਪਨਸ ਹੁੰਦੇ ਨਾ ਇੰਪੋਰਟੈਂਟ, ਤਾਂ ਅੱਜ ਜਿਹੜਾ ਹੈਗਾ ਰਸ਼ੀਆ ਨੇ ਕਾਦਾ ਯੂਕਰੇਨ 'ਤੇ ਕਬਜ਼ਾ ਕਰ ਲੈਣਾ ਸੀ, ਅਤੇ ਹਿਟਲਰ ਹੁਣਾਂ ਨੇ ਕਦੀ ਦੁਨੀਆ ਤੋਂ ਹਾਰਨਾ ਨਹੀਂ ਸੀ। ਉਹਨਾਂ ਦੀ ਸੋਚ ਖਤਮ ਹੋ ਗਈ ਸੀ। ਇਸ ਚੀਜ਼ ਦਾ ਪ੍ਰਗਟਾਵਾ 89 'ਚ ਵੀ ਇਹਨਾਂ ਨੇ ਕੀਤਾ ਵੀ ਇਹਨਾਂ ਕੋਲ ਕੁਛ ਕਹਿਣ ਨੂੰ ਵਰਡਸ ਪਾਵਰਫੁਲ ਹੈ ਨਹੀਂ ਸੀਗੇ, ਜਿੰਨੇ ਇਹਨਾਂ ਦੇ ਪਬਲਿਕ ਓਰੇਸ਼ਨਸ ਹੋਰ ਹੁੰਦੀਆਂ ਨੇ, ਪਰ ਜਦੋਂ ਐਕਚੁਅਲੀ ਜਿੱਥੇ ਜਾ ਕੇ ਪੇਸ਼ ਕਰਨੀਆਂ ਸੀ ਉਹ ਇਹ ਕਰ ਨਹੀਂ ਸਕੇ। ਹੁਣ ਇਹਨਾਂ ਨੇ ਇਸੇ ਤਰ੍ਹਾਂ ਬਚਣ ਲਈ ਇਹਨਾਂ ਨੇ ਕਨਫਲਿਕਟ ਵਾਲਾ ਬਿਆਨ ਦਿੱਤਾ ਹੈਗਾ। ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਕੋਈ ਪੰਜਾਬ ਨਾਲ ਹੁਣ ਲੈਣਾ ਦੇਣਾ ਨਹੀਂ ਗਾ। ਤੁਸੀਂ ਇਹਨਾਂ ਦੇ ਕਹੇ ਨਾਲ ਭਗਤ ਸਿੰਘ ਦੀ ਮਹਾਨਤਾ ਘੱਟ ਨਹੀਂ ਜਾਣੀ। ਉਹਨਾਂ ਦਾ ਪਰਿਵਾਰ ਠੀਕ ਆ, ਉਹਨਾਂ ਦੀ ਕਿਸ ਤਰ੍ਹਾਂ ਦੀ ਆਰੀਆ ਸਮਾਜੀ ਸੋਚ ਹੋਵੇ, ਕੋਈ ਹੋਵੇ ਸੋਚ, ਅਗਲੇ ਰੱਬ ਨੂੰ ਮੰਨਣ ਜਾਂ ਨਾ ਮੰਨਣ, ਪਰ ਉਹਨਾਂ ਦੇ ਪਰਿਵਾਰ 'ਚੋਂ ਹੀ ਕੁਲਜੀਤ ਸਿੰਘ ਢੱਟ ਮਾਰਿਆ ਨਾ, ਪੰਜਾਬ ਪੁਲਿਸ ਨੇ ਮਾਰਿਆ। ਉਹ ਬਸਰੇ ਹੁਣੀ ਕੌਣ? ਉਹਨਾਂ ਨੂੰ ਬਚਾਇਆ ਕਿਹੜੀਆਂ ਸਰਕਾਰਾਂ ਨੇ? ਜਿਹੜੀਆਂ ਰਹਿ ਚੁੱਕੀਆਂ ਨੇ ਸਰਕਾਰਾਂ। ਜੇ ਹੁਣ ਭਗਤ ਸਿੰਘ ਦੀ ਉਹ ਇਨਸਾਫ ਮੰਗਣ ਲਈ ਭਗਤ ਸਿੰਘ ਦੀ ਜਿਹੜੀ ਭੈਣ ਦੀ ਕੁੜੀ ਅਤੇ ਉਹਨਾਂ ਦਾ ਜਵਾਈ ਐਸ ਹੁਣ ਪ੍ਰੈਜ਼ੈਂਟ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਮਿਲਣ ਆਏ 10 ਜੂਨ ਨੂੰ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਇਹ ਹੈ ਸਾਰੇ ਨੈਰੇਟਿਵ ਇਹਨਾਂ ਨੇ ਇੱਥੇ ਪੱਗਾਂ ਫੋਕੀਆਂ ਬੰਨ੍ਹਣ ਨਾਲ ਭਗਤ ਸਿੰਘ ਦੀ ਸੋਚ ਆ ਜਾਣੀ। ਭਗਤ ਸਿੰਘ ਦੀ ਸੋਚ ਨੂੰ ਪੜ੍ਹਨਾ ਪਊਗਾ। ਉਹਨੇ ਜਿਹਦੇ ਤੋਂ ਸੇਧ ਲਈ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਪੜ੍ਹਨਾ ਪਊਗਾ ਕਿ ਕਿਉਂ ਨਹੀਂ ਆਪਾਂ ਮੁੜ ਕੇ ਜਿਹੜੀਆਂ ਕੁਰਬਾਨੀਆਂ ਅਸੀਂ ਚਾਹੁੰਦੇ ਸੀ ਸਿੱਖ ਰਾਜ ਦੇ ਲੇਖੇ ਲੱਗਣੀਆਂ, ਉਹ ਕਿਉਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੇਖੇ ਲੱਗੀਆਂ। ਇਹ ਲੀਡਰਸ਼ਿਪ ਅੱਗੇ ਸਵਾਲ ਆ। ਜੀ ਮਾਨ ਸਾਹਿਬ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦਾ ਕੋਈ ਸਿੱਖ ਜੱਜ ਨਹੀਂ ਹੈਗਾ, ਪਾਰਲੀਮੈਂਟ ਦੇ ਵਿੱਚ ਸਿੱਖ ਸਟਾਫ ਨਹੀਂ ਹੈਗਾ। ਇਹ ਤਾਂ ਲੱਗਦਾ ਕਿ ਮੁੱਦੇ ਰੈਲੇਵੈਂਸ ਹੈ, ਇਹਨਾਂ ਦੀ ਕੋਈ ਰੈਲੇਵੈਂਟ ਹੈ? ਮੇਰਾ ਖਿਆਲ ਪੰਜਾਬ 'ਚ ਹੀ ਦੇਖ ਲਓ ਕਿੰਨੇ ਸਿੱਖ ਜੱਜ ਨੇ, ਹਾਈ ਕੋਰਟ 'ਚ ਹੀ ਦੇਖ ਲਓ, ਮੇਰਾ ਖਿਆਲ ਮਿਨੋਰਟੀ 'ਚ ਹੋਣਗੇ। ਇਹ ਵੀ ਦੇਖੋ ਨਾ ਕਿ ਆਪਣੇ ਹੁਣ IAS IPS IRS IFS ਸਾਡੇ ਸਿੱਖ ਬੱਚਿਆਂ ਦਾ ਨੰਬਰ ਕਿਉਂ ਘਟ ਗਿਆ? ਸਾਡੇ IITs ਜਾਣ ਦਾ ਨੰਬਰ ਕਿਉਂ ਘਟ ਗਿਆ? ਕਿਉਂ ਸਾਡਾ 2016 ਤੋਂ ਲੈ ਕੇ 2021 ਤੱਕ ਦੇ ਜਿਹੜੇ ਅੰਕੜੇ ਬਾਹਰ ਆਏ ਆ, 1.1 ਮਿਲੀਅਨ ਸਾਡਾ ਸਿੱਖ ਨੌਜਵਾਨ ਉਹ ਵੈਸਟਰਨ ਵਰਲਡ ਚਲਾ ਗਿਆ।
2027 ਤੱਕ ਜੋ ਪ੍ਰੋਜੈਕਟਡ ਆ 1 ਮਿਲੀਅਨ ਹੋਰ ਚਲਿਆ ਜਾਊ। ਸੋ ਇਹ ਦੇਖਣਾ ਚਾਹੀਦਾ ਵੀ ਇੱਥੇ ਕਿਉਂ ਲੋਕਾਂ ਦਾ ਮੋਹ ਭਿੱਜ ਗਿਆ। ਭਾਵੇਂ ਚਲੇ ਬਾਹਰ ਜਾਂਦੇ ਨੇ, ਪਰ ਤੁਸੀਂ ਅੱਜ ਜਾ ਕੇ ਉਹਨਾਂ ਨੂੰ ਪੁੱਛ ਲਓ, ਉਹਨਾਂ ਦੀ ਰਗ ਪੰਜਾਬ 'ਚ ਹੀ ਰਹਿੰਦੀ ਆ। ਆਪਣੇ ਨਾਲੋਂ ਜ਼ਿਆਦਾ ਪੰਜਾਬ ਪੋਲਿਟਿਕਸ ਦਾ ਉਹਨਾਂ ਨੂੰ ਫਿਕਰ ਹੁੰਦਾ। ਜੇ ਆਮ ਆਦਮੀ ਪਾਰਟੀ ਇੱਥੇ ਹੋਂਦ 'ਚ ਆਈ ਤਾਂ ਉਹਦੇ ਪਿੱਛੇ NRI ਸਿੱਖਸ ਦਾ ਬਹੁਤ ਵੱਡਾ ਯੋਗਦਾਨ। ਉਹਨਾਂ ਨੇ ਤਾਂ ਲੱਗਦਾ ਕਿ ਜਿਹੜੇ ਦਿੱਲੀ, ਆਖਰੀ ਸਵਾਲ ਹੈ ਮੇਰਾ, ਭਗਵੰਤ ਮਾਨ ਸਾਡੇ CM ਨੇ, ਪੰਜਾਬ ਦੀ ਜਨਤਾ ਨੇ ਫਤਵਾ ਦਿੱਤਾ, 92 ਸੀਟਾਂ ਦਿੱਤੀਆਂ, ਸੁਪਰ CM ਦੀਆਂ ਗੱਲਾਂ ਹੋ ਰਹੀਆਂ ਨੇ। ਸਰਕਾਰ ਇਹਨਾਂ 5 ਸਾਲਾਂ 'ਚ ਸਟੇਬਲ ਰਹੇਗੀ, ਸਹੀ ਚੱਲੇਗੀ ਜੀ? ਤੁਹਾਡਾ ਕੀ ਤਜਰਬਾ ਕਹਿੰਦਾ ਹੈਗਾ? ਬਹੁਤ ਸਾਰੀਆਂ ਸਰਕਾਰਾਂ ਨੂੰ ਤੁਸੀਂ ਤੱਕ ਲਿਆ ਗਾ ਜੀ। ਦੇਖੋ, ਜੇ ਅਗਲੇ 6 ਮਹੀਨੇ ਆਪਾਂ ਦੇਖੀਏ, ਹਜੇ ਤਾਂ ਸਰਕਾਰ ਰਹੂਗੀ ਸਟੇਬਲ, ਪਰ ਮੈਂ ਇਹ ਸੋਚਦਾ ਕਿ ਜਿਸ ਤਰ੍ਹਾਂ ਦੇ ਨਤੀਜੇ ਹਿਮਾਚਲ 'ਚ ਆਉਣਗੇ ਜਾਂ ਗੁਜਰਾਤ 'ਚ ਆਉਣਗੇ, ਉਸ ਤੋਂ ਬਾਅਦ ਜ਼ਰੂਰ ਰੀਸ਼ਫਲਿੰਗ ਹੋਊਗੀ ਪੰਜਾਬ 'ਚ। ਜੇ ਤਾਂ ਉੱਥੇ ਇਹਨਾਂ ਦੇ ਇੱਥੋਂ ਵਾਲੇ ਝੂਠੇ ਵਾਅਦੇ ਉੱਥੇ ਵੀ ਚੱਲ ਗਏ, ਦੈਨ ਸਟੋਰੀ ਵਿਲ ਬੀ ਡਿਫਰੈਂਟ। ਤਾਂ ਸ਼ਾਇਦ ਭਗਵੰਤ ਮਾਨ ਇੱਕ ਸਟਰੋਂਗ ਲੀਡਰ ਵਜੋਂ ਅੱਜ, ਜੇ ਉੱਥੋਂ ਇਹ ਹਾਰ ਗਏ ਜਿਵੇਂ ਕਿ ਲੱਗ ਰਿਹਾ, ਜਾਂ ਗੁਜਰਾਤ 'ਚੋਂ ਹਾਰ ਗਏ, ਫਿਰ ਆਈ ਥਿੰਕ ਇਹਦੀ ਜਿਹੜੀ ਪੋਜੀਸ਼ਨ ਆ ਉਹ ਬੜੀ ਸ਼ੇਕੀ ਹੋ ਜੂਗੀ। ਦੂਜੀ ਗੱਲ, ਭਗਵੰਤ ਮਾਨ ਦੀ ਜਿਹੜੀ ਸਾਰਿਆਂ ਨਾਲੋਂ ਵੱਡੀ ਆ, ਇਹ ਜਦੋਂ ਦਾ ਪੋਲੀਟੀਕਲ ਅਰੈਨਾ 'ਚ ਆਇਆ, ਇਹ ਦਿੱਲੀ ਰਿਹਾ। ਇਸ ਕਰਕੇ ਇਹਦਾ ਦਿੱਲੀ ਦੀ ਪੋਲਿਟਿਕਸ ਦਾ ਇਹਦੇ 'ਤੇ ਬਹੁਤ ਜ਼ਿਆਦਾ ਅਸਰ ਆ। ਇਹਨੇ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਵਿਅੰਗਮਈ ਤਰੀਕੇ ਨਾਲ ਉਠਾਉਂਦਾ ਰਿਹਾ, ਕਦੀ ਸੀਰੀਅਸਨੈਸ ਨਾਲ ਬਹਿ ਕੇ ਇਹਨਾਂ ਨੇ ਡਿਬੇਟ ਨਹੀਂ ਕੀਤੀ। ਇਹ ਦੱਸਣ ਵੀ ਜਿੰਨਾ 8 ਸਾਲ ਇਹ ਰਹੇ, ਕੀ ਡਿਵੈਲਪਮੈਂਟ ਇਹਨਾਂ ਨੇ ਸੰਗਰੂਰ ਵਿੱਚ ਕਰਾਈ। ਈਵਨ ਉਹ ਪਿੰਡ ਹੀ ਲੈ ਲਓ ਜਿਹੜਾ ਇਹਨੇ ਅਡਾਪਟ ਕੀਤਾ ਸੀ, ਉਹ ਪਿੰਡ ਦੀ ਅੱਜ ਕੀ ਹਾਲਤ ਆ। ਜੇ ਹੁਣ ਪਸ਼ੂਆਂ ਦੀ ਬਿਮਾਰੀ ਪੰਜਾਬ 'ਚ ਆਈ ਆ, ਸਾਰਿਆਂ ਨਾਲੋਂ ਵੱਡਾ ਇਫੈਕਟ ਕਿੱਥੇ ਆ? ਸੰਗਰੂਰ 'ਚ, ਮਾਲਵਾ ਬੈਲਟ 'ਚ ਆ ਰਹੀ ਹੈ ਨਾ। ਤੇ ਕੀ ਇਹ ਰੈਮਡੀ ਕਰ ਸਕੇ? ਇਹਨਾਂ ਨੇ ਉਹ ਮਿਨਿਸਟਰ ਲਾਇਆ ਐਨੀਮਲ ਹਸਬੈਂਡਰੀ ਦਾ, ਮੇਰਾ ਖਿਆਲ ਸ਼ਾਇਦ ਉਹ ਕਾਲ ਹੀ ਨਾ ਗਿਆ ਹੋਵੇ। ਤੁਸੀਂ ਹੈਲਥ, ਤੁਹਾਡੇ ਕੋਲ 15 ਡਾਕਟਰਸ ਨੇ, ਪਰ ਤੁਹਾਡਾ ਹੈਲਥ ਮਿਨਿਸਟਰ ਕਦੀ ਅੱਜ ਤੱਕ ਯੂਨੀਵਰਸਿਟੀ ਜਾਂ ਕਾਲਜ ਗਿਆ ਹੀ ਨਹੀਂ। ਜਾਂਦੇ ਅਗਨੇ ਹੈਲਥ ਮਿਨਿਸਟਰ ਡਾਕਟਰ ਰਾਜ ਬਹਾਦਰ ਸਿੰਘ ਦੇ ਸਾਹਮਣੇ, ਸਾਰਿਆਂ ਸਾਹਮਣੇ ਕਿਵੇਂ ਪੇਸ਼ ਆਏ? ਹਾਂ, ਉਹੀ ਫਿਰ ਐਥੀਕਲ ਕੰਸਰਨਸ ਤਾਂ ਹੀ ਆ ਰਹੇ ਆ ਨਾ ਤੁਹਾਡੇ ਕੋਲੇ। ਪੰਜਾਬ ਐਗਰੀਕਲਚਰ, ਮੈਂ ਤਾਂ ਹੀ ਕਹਿੰਦਾ ਕਿ ਇਹਨਾਂ ਨੂੰ ਦਿੱਲੀ ਨਾ ਜ਼ਿਆਦਾ ਪਿਆਰਾ, ਇਹਨਾਂ ਨੂੰ ਕਰਨਾ ਪੰਜਾਬ ਨਾ ਚਾਹੀਦਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਾਲ ਤੋਂ ਉੱਤੇ ਹੋ ਗਿਆ, ਵਾਈਸ ਚਾਂਸਲਰ ਹੈ ਨਹੀਂ, ਡਾਇਰੈਕਟਰ ਰਿਸਰਚ ਹੈ ਨਹੀਂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਹੈ ਨਹੀਂ। ਜਿਹੜੀ ਗਾਰਡ ਵਾਸੂ ਵੈਟਰਨਰੀ ਯੂਨੀਵਰਸਿਟੀ ਆ, ਉੱਥੇ ਹਰਿਆਣੇ ਦਾ ਬੰਦਾ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਲਾਇਆ ਹੋਇਆ। ਜਿਹੜੀ ਹੁਣ ਬਾਬਾ ਫਰੀਦ ਯੂਨੀਵਰਸਿਟੀ ਦਾ, ਜੇ ਉਹਨੇ ਰਿਜ਼ਾਈਨ ਕਰਤਾ, ਉਹਦੇ 'ਤੇ ਕੋਈ ਡਿਸਿਸਿਵ ਐਕਸ਼ਨ ਲਓ। ਤੇ ਇਹ ਦੱਸੋ ਕਿ ਜਿਹੜੇ ਫਿਜ਼ੀਕਲ ਡੈਫਿਸਿਟਸ ਹੈਗੇ ਵੱਧ ਰਹੇ ਆ, ਤੁਹਾਨੂੰ ਲੋੜ ਕਿਉਂ ਪੈ ਗਈ ਕਿ 500 ਵਰਗੇ ਅਦਾਰੇ ਤੁਸੀਂ ਵੇਚਣੇ? ਤੁਹਾਡੇ ਸਾਰੀਆਂ ਜਿਹੜਾ ਈਵਨ ਕੱਲਾ ਮੰਡੀ ਬੋਰਡ 'ਤੇ ਹੀ ਮੇਰਾ ਖਿਆਲ 50,000 ਕਰੋੜ ਦਾ ਕਰਜ਼ਾ, 37,000 ਕਰੋੜ ਦਾ ਕਰਜ਼ਾ ਬਿਜਲੀ ਪਾਵਰ ਕਾਰਪੋਰੇਸ਼ਨ ਦੇ ਆ। ਇਹ ਅਦਰ ਦੈਨ ਦਾ ਸਟੇਟ ਜਿਹੜਾ ਡੈਪਟਸ ਨੇ। ਇਹ ਚੀਜ਼ਾਂ ਦਾ ਪਹਿਲੇ ਦੱਸੋ ਵੀ ਉਹ ਦਿੱਲੀ ਵਾਲੇ ਕੀ ਹੱਲ ਕਰ ਦੇਣਗੇ। ਆਪਾਂ ਉਹਨਾਂ ਦੀ ਤਾਂ ਆਪ ਦਾ ਜਿਹੜਾ ਫਾਈਨੈਂਸ ਮਿਨਿਸਟਰ ਸੀ ਉਹ ਜੇਲ੍ਹ 'ਚ ਬੈਠਾ ਨਹੀਂ, ਉਹਨਾਂ ਦਾ ਡਿਪਟੀ ਜਿਹੜਾ ਚੀਫ ਮਿਨਿਸਟਰ ਆ ਮਨੀਸ਼ ਸਿਸੋਦੀਆ, ਉਹ CBI ਦੀ ਇਨਕੁਆਇਰੀ 'ਚ ਆ। ਕੀ ਆਪਾਂ ਆਹ ਮਾਡਲ ਲੈ ਕੇ ਆਉਣਾ? ਬਹੁਤ ਮਿਹਰਬਾਨੀ, ਥੈਂਕ ਯੂ। ਉਹ ਜਿੱਥੋਂ ਤੱਕ ਸਵਾਲ ਪੰਜਾਬ ਦਾ, ਸਿਰਫ ਰਣਜੀਤ ਸਿੰਘ ਕੁੱਕੀ ਹੋਣਾ ਦਾ ਨਹੀਂ ਮਸਲਾ ਹੈਗਾ, ਪੂਰਾ ਪੰਜਾਬ ਕਹਿ ਰਿਹਾ ਕਿ ਪੰਜਾਬ ਤੇ ਇੱਥੋਂ ਚੱਲਣਾ ਚਾਹੀਦਾ, ਪੰਜਾਬ ਤੇ ਭਗਵੰਤ ਮਾਨ ਨੂੰ ਚਲਾਉਣਾ ਚਾਹੀਦਾ, ਨਾ ਕਿ ਵਿਅੰਗਮਈ ਤਰੀਕੇ ਦੇ ਨਾਲ ਸੀਰੀਅਸ ਹੋ ਕੇ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਫਰਜ਼ ਬਣਦਾ। ਪਰ ਬਦਕਿਸਮਤੀ ਨਾਲ ਪੰਜਾਬ ਹੁਣ ਦਿੱਲੀ ਤੋਂ ਚੱਲਦਾ। ਦੇਖਦੇ ਹਾਂ ਕਿ ਸਮਾਂ ਕੀ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਦੀ ਸਿਆਸਤ ਨੂੰ ਤੈਅ ਕਰਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਲੁਧਿਆਣਾ।